ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤਿਨਾਂ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਹਨਾਂ ਦੀ ਸੰਪੂਰਨ ਬਾਣੀ ਦੀ ਵਿਚਾਰ ਦੀ ਸੇਵਾ ਆਰੰਭ ਹੋਈ ਹੈ। ਉਸ ਵਿੱਚੋਂ ਅੱਜ ਦੂਜੇ ਸ਼ਬਦ ਦੀ ਵਿਆਖਿਆ ਆਪ ਸੰਗਤਾਂ ਸਰਵਣ ਕਰੋ। ਗੌੜੀ ਮਹੱਲਾ ਨਾਵਾਂ, ਸਾਧੋ ਰਚਨਾ ਰਾਮ ਬਨਾਈ। ਮਹਾਰਾਜ ਕਹਿੰਦੇ ਹਨ, ਹੇ ਸਾਧ ਜਨੋ ਗੁਰਮੁਖ ਪਿਆਰਿਓ, ਆ ਜਿਹੜੀ ਸ੍ਰਿਸ਼ਟੀ ਹੈ, ਇਸ ਸ੍ਰਿਸ਼ਟੀ ਦੀ ਰਚਨਾ ਉਸ ਰਮੇ ਹੋਏ ਵਿਆਪਕ ਹੋਏ ਅਕਾਲ ਪੁਰਖ ਵਾਹਿਗੁਰੂ ਨੇ, ਉਸ ਰਾਮ ਨੇ ਆਪ ਬਣਾਈ ਹੈ। ਜਿੰਨੇ ਵੀ ਜੀਵ ਹਨ ਇਹ ਸਭ ਉਸ ਵਾਹਿਗੁਰੂ ਦੇ ਬਣਾਏ ਹੋਏ ਹਨ, ਪੈਦਾ ਕੀਤੇ ਹੋਏ ਹਨ। ਇੱਕ ਬਿਨ ਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਮਹਾਰਾਜ ਕਹਿਣ ਲੱਗੇ ਇੱਕ ਬਿਨ ਸੈ, ਮਹਾਰਾਜ ਕਹਿਣ ਲੱਗੇ ਉਸ ਸ੍ਰਿਸ਼ਟੀ ਦੇ ਵਿੱਚੋਂ ਇੱਕ ਤਾਂ ਉਹ ਨੇ ਜਿਵੇਂ ਦਾਦੇ ਪੜਦਾਦੇ ਆਦਿਕ ਹੋ ਗਏ ਜਿਹੜੇ ਪਿਛਲੇ, ਇੱਕ ਤਾਂ ਮਹਾਰਾਜ ਕਹਿਣ ਲੱਗੇ ਬਿਨ ਸੈ ਮਰ ਰਹੇ ਨੇ, ਮਰਦੇ ਜਾ ਰਹੇ ਨੇ। ਇੱਕ ਤਾਂ ਮਰ ਕੇ ਖਤਮ ਹੋ ਗਏ, ਨਾਸ ਹੋ ਗਏ, ਮਰਦੇ ਜਾ ਰਹੇ ਹਨ। ਪਰ ਮਹਾਰਾਜ ਕਹਿਣ ਲੱਗੇ ਅੱਗੋਂ ਇੱਕ ਜੀਵ ਉਹ ਨੇ ਜਿਹੜੇ ਆਪਣੀ ਮੌਤ ਨੂੰ ਭੁਲਾਈ ਬੈਠੇ ਐ ਤੇ ਉਹ ਸਮਝਦੇ ਨੇ ਵੀ ਅਸੀਂ ਮਰਨਾ ਹੀ ਨਹੀਂ ਕਦੇ, ਅਸੀਂ ਤਾਂ ਇਸ ਦੁਨੀਆ ਦੇ ਉੱਤੇ ਸਦਾ ਹੀ ਕਾਇਮ ਰਹਿਣਾ। ਉਹ ਆਪਣੇ ਆਪ ਨੂੰ ਸਥਿਰ ਮੰਨੀ ਬੈਠੇ ਐ। ਉਹ ਕਹਿੰਦੇ ਅਸੀਂ ਤਾਂ ਮਰਨਾ ਹੀ ਨਹੀਂ, ਖਤਮ ਹੀ ਨਹੀਂ ਹੋਣਾ। ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ। ਗਹਿਰੀਆਂ ਗਹਿਰੀਆਂ ਨੀਹਾਂ ਖੋਦ ਖੋਦ ਕੇ ਉਹਨਾਂ ਦੇ ਉੱਪਰ ਕੰਧਾਂ ਬਣਾ ਬਣਾ ਕੇ ਵੱਡੇ ਵੱਡੇ ਮਹਿਲ ਮਾੜੀਆਂ, ਬੜੇ ਵੱਡੇ ਵੱਡੇ ਪੱਕੇ ਘਰ ਸੈਂਕੜੇ ਸੈਂਕੜੇ ਸਾਲਾਂ ਦੀ ਮਰਿਆਦਾ ਵਾਲੇ ਬਣਾਈ ਬੈਠੇ ਐ। ਉਹ ਕਹਿੰਦੇ ਵੀ ਜਿੱਦਾਂ ਅਸੀਂ ਇਸ ਦੁਨੀਆ ਨੂੰ ਛੱਡ ਕੇ ਨਹੀਂ ਜਾਣਾ, ਇਸ ਦੁਨੀਆ ਦੇ ਉੱਤੇ ਸਦਾ ਹੀ ਰਹਿਣਾ। ਮਹਾਰਾਜ ਕਹਿੰਦੇ ਅਚਰਜ ਲਖਿਓ ਨਾ ਜਾਈ। ਇਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ, ਇਹ ਜਾਣੀ ਨਹੀਂ ਜਾਂਦੀ, ਸਮਝ ਨਹੀਂ ਆਉਂਦੀ ਹੈ ਵੀ ਬੰਦਾ ਆਪਣੇ ਆਪ ਨੂੰ ਇਸ ਦੁਨੀਆ ਦੇ ਉੱਤੇ ਸਦਾ ਕਾਇਮ ਰਹਿਣ ਵਾਲਾ ਕਿੱਦਾਂ ਮੰਨ ਬੈਠਾ। ਮਹਾਰਾਜ ਕਹਿੰਦੇ ਜਿਵੇਂ ਫਰੀਦ ਜੀ ਕਹਿੰਦੇ ਹਨ, ਫਰੀਦਾ ਕਿੱਥੇ ਤੈਡੇ ਮਾਪਿਆਂ ਜਿਨੀ ਤੂੰ ਜਣੇ ਹੋਏ, ਤੈਂ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣੋ ਹੈ। ਫਰੀਦਾ ਕਿੱਥੇ ਨੇ ਤੇਰੇ ਮਾਪਿਓ, ਫਰੀਦਾ ਕਿੱਥੇ ਤੈਡੇ ਮਾਪਿਆ, ਕਿੱਥੇ ਨੇ ਤੇਰੇ ਮਾਪਿਓ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਸੀ। ਉਹ ਤੇਰੇ ਪਾਸੋਂ ਚਲੇ ਗਏ, ਉਹਨਾਂ ਦੀ ਮੌਤ ਹੋ ਗਈ, ਮਰ ਕੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਹਜੇ ਵੀ ਤੈਨੂੰ ਇਸ ਗੱਲ ਤੇ ਭਰੋਸਾ ਨਹੀਂ ਆਇਆ ਵੀ ਜਿਵੇਂ ਉਹ ਮਰ ਗਏ ਨੇ, ਚਲੇ ਗਏ ਨੇ, ਮੈਂ ਵੀ ਉਹਨਾਂ ਵਾਂਗੂ ਚਲੇ ਜਾਣਾ। ਮਹਾਰਾਜ ਕਹਿੰਦੇ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ। ਇੱਕ ਮਰਦੇ ਜਾ ਰਹੇ ਨੇ, ਮਰ ਰਹੇ ਨੇ, ਇੱਕ ਹਾਲੇ ਤੱਕ ਆਪਣੇ ਆਪ ਨੂੰ ਅਸਥਿਰ ਮੰਨੀ ਬੈਠੇ ਜਿਵੇਂ ਅਸੀਂ ਮਰਨਾ ਹੀ ਨਹੀਂ ਹੁੰਦਾ ਕਦੇ। ਇਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ। ਮਹਾਰਾਜ ਕਹਿੰਦੇ ਸਮਝ ਨਹੀਂ ਆਉਂਦੀ। ਲਖਿਓ ਨਾ ਜਾਈ, ਮਹਾਰਾਜ ਕਹਿੰਦੇ ਜਾਣੀ ਨਹੀਂ ਜਾਂਦੀ। ਐਸੀ ਖੇਡ ਹੈ ਇਹ, ਐਸੀ ਖੇਲ ਬਣੀ ਹੋਈ ਹੈ। ਕਹਿਣ ਲੱਗੇ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਹਰ ਮੂਰਤ ਬਿਸਰਾਈ। ਮਹਾਰਾਜ ਕਹਿੰਦੇ ਬੰਦਾ ਕਾਮ ਦੇ ਵਸ ਹੋ ਗਿਆ, ਕ੍ਰੋਧ ਦੇ ਵਸ ਪੈ ਗਿਆ। ਹਰ ਵਕਤ ਮਹਾਰਾਜ ਕਹਿੰਦੇ ਕ੍ਰੋਧ ਦੀ ਅੱਗ ਦੇ ਵਿੱਚ ਜਲਦਾ ਰਹਿੰਦਾ ਹੈ। ਤੇ ਮੋਹ ਧੀਆਂ ਪੁੱਤਰਾਂ ਇਸਤਰੀ ਆਦਿਕ ਦਾ, ਮਾਤਾ ਪਿਤਾ ਆਦਿਕ ਦਾ ਇੰਨਾ ਪ੍ਰਬਲ ਹੈ। ਮਹਾਰਾਜ ਕਹਿੰਦੇ ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਵਾਲੇ। ਮੋਹ ਐਸਾ ਚਿੱਕੜ, ਐਸੀ ਦਲਦਲ ਹੈ, ਜਿਸ ਦਲਦਲ ਦੇ ਵਿੱਚ ਇੱਕ ਵਾਰ ਬੰਦਾ ਖੁੱਭ ਜੇ ਨਾ, ਮੁੜ ਕੇ ਦੁਬਾਰੋਂ ਤੋਂ ਪੈਰ ਕੱਢ ਕੇ ਬਾਹਰ ਦੂਜਾ ਕਦਮ ਨਹੀਂ ਪੁੱਟਿਆ ਜਾਂਦਾ ਉਸ ਤੋਂ। ਇਹ ਐਸਾ ਮੋਹ ਰੂਪੀ ਚਿੱਕੜ ਹੈ, ਇਹਦੇ ਵੱਸ ਹੋ ਗਿਆ। ਮਹਾਰਾਜ ਕਹਿੰਦੇ ਇਸ ਮੋਹ ਰੂਪੀ ਚਿੱਕੜ 'ਚ ਖੁੱਭ ਗਿਆ। ਹੁਣ ਇਹਦਾ ਮਨ ਅੱਗੇ ਨਹੀਂ ਵੱਧ ਪਾ ਰਿਹਾ ਪਰਮਾਤਮਾ ਵੱਲ ਨੂੰ, ਬਸ ਉੱਥੇ ਹੀ ਫਸ ਕੇ ਖੜ ਗਿਆ। ਮੋਹ ਦੇ ਵੱਸ ਹੋ ਗਿਆ। ਇਹ ਪ੍ਰਾਣੀ ਹੈ ਜਿਹੜਾ ਹਰ ਮੂਰਤ ਬਿਸਰਾਈ, ਤੇ ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸਰੂਪ ਹੈ ਉਸ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ। ਉਸ ਅਕਾਲ ਮੂਰਤ ਵਾਹਿਗੁਰੂ ਨੂੰ ਭੁਲਾ ਦਿੱਤਾ ਇਸ ਨੇ, ਉਸ ਦੇ ਸਰੂਪ ਨੂੰ ਵਿਸਾਰ ਦਿੱਤਾ। ਝੂਠਾ ਤਨ ਸਾਚਾ ਕਰ ਮਾਨਿਓ, ਜਿਉ ਸੁਪਨਾ ਰਹਿ ਨਾਈ। ਕਹਿੰਦੇ ਇਹ ਜਿਹੜਾ ਤਨ ਝੂਠਾ ਹੈ, ਨਾਸਵੰਤ ਹੈ,
ਜਿਵੇਂ ਰਾਤ ਨੂੰ ਸੁੱਤੇ ਪਿਆਂ ਨੂੰ ਸੁਪਨਾ ਆਉਂਦਾ ਹੈ ਤੇ ਸੁਪਨਾ ਜਿਵੇਂ ਜਾਗ ਜਾਂਦਾ, ਜਦੋਂ ਉਸੇ ਵਕਤ ਅੰਤ ਹੋ ਜਾਂਦਾ ਨਾ, ਨਾਸ ਹੋ ਜਾਂਦਾ। ਮਹਾਰਾਜ ਕਹਿਣ ਲੱਗੇ ਇਹ ਤਨ ਹੈ ਜਿਹੜਾ ਇਦਾਂ, ਮਹਾਰਾਜ ਕਹਿਣ ਲੱਗਾ ਤਨ ਇਦਾਂ ਹੈ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ। ਜਿਵੇਂ ਨੀਂਦ ਦੇ ਵਿੱਚ ਸੁਪਨਾ ਸੱਚ ਲੱਗਦਾ, ਇਦਾਂ ਹੀ ਬੰਦਾ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਹੋਇਆ, ਇਹਨੂੰ ਇਹ ਸਰੀਰ ਸੱਚਾ ਲੱਗਦਾ ਵੀ ਇਹ ਸਰੀਰ ਮੇਰਾ ਸੱਚਾ ਹੈ, ਇਹ ਨਹੀਂ ਨਾਸ ਹੋਣ ਵਾਲਾ। ਪਰ ਜਦੋਂ ਹੀ ਗਿਆਨ ਦੀ ਅੱਖ ਖੁੱਲ੍ਹਦੀ ਹੈ, ਉਸੇ ਵਕਤ ਇਹਨੂੰ ਪਤਾ ਲੱਗ ਜਾਂਦਾ ਵੀ ਇਹ ਸਰੀਰ ਤਾਂ ਨਾਸਵੰਤ ਹੈ, ਇਹਦੇ ਨਾਲ ਮੋਹ ਕੀ ਲਾਉਣਾ ਹੈ। ਪਰ ਮਹਾਰਾਜ ਕਹਿੰਦੇ ਇਹ ਝੂਠਾ ਹੈ ਤਨ, ਜਿਹਨੂੰ ਸੱਚਾ ਮੰਨੀ ਬੈਠਾ ਰਾਤ ਦੇ ਸੁਪਨੇ ਦੀ ਨਹੀਂ ਆਈ। ਜਿਵੇਂ ਸੁਪਨੇ ਨੂੰ ਦੇਖ ਕੇ ਕੋਈ ਬਹੁਤ ਖੁਸ਼ ਹੋਈ ਜਾਵੇ ਨਾ, ਜਿੱਦਾਂ ਵੀ ਸੁਪਨੇ 'ਚ ਕਈ ਵਾਰ ਬੰਦਾ ਭਿਖਾਰੀ ਵੀ ਰਾਜਾ ਬਣ ਕੇ ਬਹਿ ਜਾਂਦਾ ਤੇ ਸੁਪਨੇ ਨੂੰ ਸੋਚ ਕੇ ਆਨੰਦ ਲਈ ਜਾਂਦਾ। ਇੱਦਾਂ ਹੀ ਮਹਾਰਾਜ ਕਹਿਣ ਲੱਗੇ ਗਿਆਨਤਾ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਤਨ ਨੂੰ ਸੱਚਾ ਸਮਝ ਕੇ ਆਨੰਦ ਲੈ ਰਿਹਾ ਹੈ, ਬੜਾ ਮਗਨ ਹੋਇਆ ਫਿਰਦਾ ਮਹਾਰਾਜ, ਪਰ ਹੈ ਝੂਠਾ। ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ। ਆ ਜੋ ਵੀ ਦਿਸਦਾ ਨਾ, ਮਹਾਰਾਜ ਕਹਿਣ ਲੱਗੇ ਅੱਖਾਂ ਦੇ ਨਾਲ, ਇਹ ਸਭ ਨਾਸ ਹੋ ਜਾਣਾ ਹੈ। ਜਿਵੇਂ ਬੱਦਲਾਂ ਦੀ ਛਾਂ ਹੁੰਦੀ ਹੈ ਨਾ ਜੀ, ਜਦੋਂ ਸੂਰਜ ਥੋੜਾ ਜਿਹਾ ਬੱਦਲਾਂ ਦੇ ਓਲੇ ਹੁੰਦਾ ਤੇ ਥੋੜੀ ਜਿਹੀ ਛਾਂ ਜੀ ਬਣ ਜਾਂਦੀ ਹੈ, ਪਰ ਇੱਕੋ ਦਮ ਜਦੋਂ ਸੂਰਜ ਬੱਦਲਾਂ ਤੋਂ ਪਾਸੇ ਹੁੰਦਾ ਉਸੇ ਵਕਤ ਉਹ ਛਾਂ ਖਤਮ ਹੋ ਜਾਂਦੀ ਹੈ। ਜਿਵੇਂ ਬੱਦਲਾਂ ਦੀ ਛਾਂ ਆਪਾਂ ਦੇਖਦੇ ਹਾਂ ਨਾ, ਸਾਰੇ ਛਿਨ ਮਿੰਟ ਨਹੀਂ ਰਹਿੰਦੀ, ਉਹ ਉਸੇ ਵਕਤ ਨਾਸ ਹੋ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਜੋ ਦਿਸਦਾ ਨਾ, ਇਹ ਸਭ ਕੁਝ ਬੱਦਲਾਂ ਦੀ ਛਾਂ ਵਾਂਗੂ ਛਿਨ 'ਚ ਨਾਸ ਹੋ ਜਾਣ ਵਾਲਾ ਹੈ। ਪਤਾ ਨਹੀਂ ਕਿਹੜੇ ਵੇਲੇ ਅੱਗ ਦੀ ਪਰਲੋ ਆ ਜੇ, ਪਾਣੀ ਦੀ ਪਰਲੋ ਆ ਜੇ, ਮਿੰਟਾਂ 'ਚ ਹੀ ਨਾਸ ਕਰ ਦਿੰਦਾ ਪਰਮਾਤਮਾ। ਜਦੋਂ ਆਪਣੀ ਆਈ ਤੇ ਆਉਂਦਾ ਸਭ ਨਾਸ ਹੋ ਜਾਂਦਾ ਮਿੰਟਾਂ 'ਚ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸਰਨਾਈ। ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਸੀਂ ਉਸ ਪਰਮਾਤਮਾ ਨੂੰ, ਉਸ ਵਾਹਿਗੁਰੂ ਦੀ ਕਿਰਪਾ ਸਦਕਾ ਇਹ ਸਾਰੇ ਜਗਤ ਨੂੰ ਮਿਥਿਆ ਜਾਣ ਲਿਆ, ਝੂਠਾ ਨਾਸਵੰਤ ਜਾਣ ਲਿਆ। ਇਸ ਕਰਕੇ ਅਸੀਂ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਰਹਿ ਰਹੇ ਹਾਂ, ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਗਏ ਹਾਂ, ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ। ਇਹ ਦੂਜਾ ਸ਼ਬਦ ਆਪ ਨੇ ਸਰਵਣ ਕੀਤਾ ਹੈ। ਹੁਣ ਤੀਜੇ ਸ਼ਬਦ ਦੀ ਵਿਆਖਿਆ ਉਹ ਵੀ ਸਰਵਣ ਕਰੋ। ਗੌੜੀ ਮਹੱਲਾ ਨਾਵਾ, ਪ੍ਰਾਨੀ ਕਉ ਹਰ ਜਸ ਮਨ ਨਹੀਂ ਆਵੇ। ਮਹਾਰਾਜ ਕਹਿੰਦੇ ਇਹ ਜਿਹੜਾ ਪ੍ਰਾਣੀ ਹੈ ਨਾ, ਇਸ ਨੂੰ ਵਾਹਿਗੁਰੂ ਦਾ ਜਿਹੜਾ ਜਸ ਹੈ, ਪਰਮਾਤਮਾ ਦੀ ਉਸਤਤ ਕਰਨੀ, ਉਹਦੀ ਸਿਫਤ ਸਲਾਹ ਕਰਨੀ ਹੈ, ਇਹਦੇ ਗੱਲ ਇਹ ਮਨ 'ਚ ਹੀ ਨਹੀਂ ਆਉਂਦੀ ਵੀ ਮੈਂ ਪਰਮਾਤਮਾ ਦਾ ਭਜਨ ਕਰਨਾ ਹੈ। ਮੈਨੂੰ ਪਰਮਾਤਮਾ ਨੇ ਇਸ ਦੁਨੀਆ ਦੇ ਉੱਤੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਗੁਰੂ ਦੀ ਸੇਵਾ ਤੇ ਭਗਤੀ, ਉਸ ਵਾਹਿਗੁਰੂ ਦਾ ਕੀਰਤਨ ਬੰਦਗੀ ਕਰਨ ਵਾਸਤੇ ਮੈਨੂੰ ਭੇਜਿਆ। ਇਹਦੇ ਮਨ 'ਚ ਹੀ ਨਹੀਂ ਆਉਂਦਾ ਕਦੇ, ਇਹਨੂੰ ਮਨ 'ਚ ਹੀ ਨਹੀਂ ਆਉਂਦਾ। ਮਹਾਰਾਜ ਕਹਿੰਦੇ ਵੀ ਮੈਨੂੰ ਰੱਬ ਨੇ ਪਰਮਾਤਮਾ ਨੇ ਆਪਣਾ ਭਜਨ ਸਿਮਰਨ ਕਰਨ ਵਾਸਤੇ ਮੈਨੂੰ ਇਸ ਮਾਤ ਲੋਕ ਤੇ ਭੇਜਿਆ, ਤੇ ਇਸ ਕਰਕੇ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ। ਪਰਮਾਤਮਾ ਦਾ ਨਾਮ ਬੋਲਣ ਦੀ, ਪਰਮਾਤਮਾ ਦਾ ਜਸ ਕਰਨ ਦਾ ਜਿਹੜਾ ਵਿਚਾਰ ਹੈ, ਇਹਦੇ ਮਨ 'ਚ ਹੀ ਨਹੀਂ ਆਉਂਦਾ। ਮਹਾਰਾਜ ਕਹਿਣ ਲੱਗੇ ਐਹ ਨਿਸ ਮਗਨ ਰਹਿ ਮਾਇਆ ਮੈਂ, ਕਹੋ ਕੈਸੇ ਗੁਣ ਗਾਵੇ। ਕਹਿੰਦੇ ਦੱਸੋ ਤਾਂ ਕਿੱਦਾਂ ਵਾਹਿਗੁਰੂ ਦੇ ਗੁਣਾਂ ਨੂੰ ਗਾਵੇ। ਕਹਿੰਦੇ ਇਹ ਤਾਂ ਦਿਨ ਰਾਤ ਮਾਇਆ ਦੇ ਪਦਾਰਥਾਂ ਦੇ ਵਿੱਚ ਮਗਨ ਰਹਿੰਦਾ ਹੈ, ਦਿਨ ਰਾਤ ਮਾਇਆ ਦੇ ਵਿੱਚ ਉਲਝਿਆ ਰਹਿੰਦਾ ਹੈ, ਇਹਨੂੰ ਤਾਂ ਮਾਇਆ 'ਚੋਂ ਵੇਲ ਨਹੀਂ ਨਿਕਲਦੀ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਹੀ ਬਚਨ ਹੈ ਨਾ ਜੀ, ਵਿਖਿਆ ਨਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਵੀ ਇਹਦੇ ਮਨ ਵਿੱਚ ਦੇਖ ਲਓ ਵਿਸ਼ੇ ਵਿਕਾਰਾਂ 'ਚ ਇੰਨਾ ਪਰਚਿਆ ਰਹਿੰਦਾ, ਥੋੜਾ ਸਮਾਂ ਵੀ ਇਹਦਾ ਮਨ ਉਦਾਸ ਨਹੀਂ ਹੁੰਦਾ ਵੀ ਮੈਂ ਹੁਣ ਤਾਂ ਇਹਨਾਂ ਵਿਸ਼ੇ ਵਿਕਾਰਾਂ ਦਾ ਖਹਿੜਾ ਛੱਡ ਕੇ ਰੱਬ ਦੇ ਚਰਨਾਂ ਨਾਲ ਜੁੜ ਲਾਂ, ਮੇਰਾ ਅੰਤ ਨੇੜੇ ਆ ਰਿਹਾ। ਬਿਲਕੁਲ ਨਹੀਂ ਆਉਂਦਾ। ਐਹਨਿਸ ਮਗਨ ਰਹਿ ਮਾਇਆ ਮੈਂ, ਦਿਨ ਰਾਤ ਮਾਇਆ ਦੇ ਵਿੱਚ ਮਗਨ ਰਹਿੰਦਾ। ਕਹੋ ਕੈਸੇ ਗੁਣ ਗਾਵੇ, ਦੱਸੋ ਤਾਂ ਕਿਵੇਂ ਰੱਬ ਦੇ ਗੁਣਾਂ ਨੂੰ ਗਾਵੇ। ਰਹਾਉ ਪੂਤ ਮੀਤ ਮਾਇਆ ਮਮਤਾ ਸਿਉ, ਇਹ ਬਿਦ ਆਪ ਬੰਦਾਵੇ। ਕਹਿੰਦੇ ਮਾਇਆ ਕਿਹੜੀ ਹੈ? ਕਹਿੰਦੇ ਆ ਪੁੱਤਰ ਵੀ ਤਾਂ ਮਾਇਆ ਹੀ ਹੈ, ਆ ਮਿੱਤਰ ਦੋਸਤ ਜਿਨ੍ਹਾਂ ਦੇ ਨਾਲ ਹੱਸਦਾ ਖੇਡਦਾ ਖਦੂਰ ਮਚਾਉਂਦਾ, ਇਹ ਵੀ ਤਾਂ ਮਾਇਆ ਹੀ ਹੈ। ਤੇ ਆ ਪਦਾਰਥਾਂ ਦੀ ਮਮਤਾ, ਧਨ ਦੀ ਮਮਤਾ ਦੇ ਵਿੱਚ ਮਹਾਰਾਜ ਕਹਿਣ ਲੱਗੇ ਆਪਣੇ ਆਪ ਨੂੰ ਇਦਾਂ ਬਣਾ ਲੈਂਦਾ। ਕਿਸ ਤਰ੍ਹਾਂ? ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹੋ ਜਗ, ਦੇਖ ਤਾਸ ਉਠ ਧਾਵੇ।
ਕਹਿੰਦੇ ਜਿਵੇਂ ਮਿਰਗ ਤ੍ਰਿਸ਼ਨਾ ਦਾ ਪਾਣੀ ਹੁੰਦਾ ਨਾ, ਜਿਵੇਂ ਜਦੋਂ ਰੇਤੇ ਦੇ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਰੇਤੇ ਦੇ ਵਿੱਚ ਸੁਨਹਿਰੀ ਸੁਨਹਿਰੀ ਤੇ ਚਾਂਦੀ ਵਰਗੇ ਚਿੱਟੇ ਚਿੱਟੇ ਕਣ ਹੁੰਦੇ ਆ, ਜਦੋਂ ਉਹਨਾਂ ਤੇ ਕਿਰਨਾਂ ਪੈਂਦੀਆਂ ਨਾ ਸੂਰਜ ਦੀਆਂ, ਉਹ ਚਮਕਦੇ ਨੇ, ਦੇਖਣ 'ਚ ਇਉਂ ਲੱਗਦਾ ਭੁਲੇਖਾ ਪੈਂਦਾ ਜਿਵੇਂ ਪਾਣੀ ਹੈ। ਕਹਿੰਦੇ ਹਿਰਨ ਵੀ ਇਹੀ ਭੁਲੇਖੇ ਦੇ ਵਿੱਚ ਉਹਨੂੰ ਪਾਣੀ ਸਮਝ ਕੇ ਉਹਦੇ ਨਾਲ ਆਪਣੇ ਆਪ ਨੂੰ ਐਸਾ ਬਣਵਾ ਲੈਂਦਾ, ਐਸਾ ਮਨ ਉਹਦੇ ਨਾਲ ਵੱਜਦਾ, ਉਹਦਾ ਭੱਜ ਭੱਜ ਕੇ ਜਾਂਦਾ ਉਧਰ ਨੂੰ ਵੀ ਇੱਥੇ ਪਾਣੀ ਹੈ, ਪਰ ਜਦੋਂ ਜਾਂਦਾ ਉਹਦਾ ਮੂੰਹ ਰੇਤੇ 'ਚ ਵੱਜਦਾ। ਇਦਾਂ ਕਰਦਾ ਕਰਦਾ ਮਾਰੂ ਥਲ ਦੇ ਵਿੱਚ ਰੇਤੇ ਵਿੱਚ ਨਾ ਜੀ ਉਹ ਭਟਕਦਾ ਭਟਕਦਾ ਉੱਥੇ ਹੀ ਆਪਣੇ ਪ੍ਰਾਣ ਤਿਆਗ ਦਿੰਦਾ। ਕਹਿੰਦੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਬੰਦਾ ਹੈ ਮਿਰਗ ਤ੍ਰਿਸ਼ਨਾ ਦੇ ਪਾਣੀ ਵਾਂਗੂ। ਇਹ ਜਿਹੜਾ ਜਗਤ ਹੈ ਝੂਠਾ ਹੈ, ਜਿਹਨੂੰ ਇਹ ਸੱਚਾ ਮੰਨੀ ਬੈਠਾ। ਜਿਵੇਂ ਸੂਰਜ ਦੀਆਂ ਕਿਰਨਾਂ ਪੈਣੇ ਕਰਕੇ ਰੇਤਾ ਜਿਹੜਾ ਪਾਣੀ ਜਾਪਦਾ ਨਾ, ਇਦਾਂ ਹੀ ਉਸ ਵਾਹਿਗੁਰੂ ਅਕਾਲ ਪੁਰਖ ਦੀ ਜੋਤ ਰੂਪੀ ਕਿਰਨਾਂ ਪੈਣੇ ਕਰਕੇ ਇਹ ਸੰਸਾਰ ਇਹਨੂੰ ਸੱਚਾ ਭਾਸਦਾ ਹੈ, ਪਰ ਹੈ ਝੂਠਾ ਹੀ ਹੈ। ਮਹਾਰਾਜ ਕਹਿੰਦੇ ਇਹਨੂੰ ਸੱਚਾ ਜਾਣ ਕੇ ਆਪ ਇਹਦੇ ਵਿੱਚ ਫਸ ਗਿਆ, ਧੀਆਂ ਪੁੱਤਰਾਂ ਦੇ ਮੋਹ ਵਿੱਚ ਆਪਣੇ ਆਪ ਨੂੰ ਬੰਧਾਈ ਫਿਰਦਾ ਹੈ। ਮਹਾਰਾਜ ਕਹਿਣ ਲੱਗੇ ਪਰ ਹੈ ਨਾਸਵੰਤ ਹੈ। ਭੁਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੇ। ਕਹਿੰਦੇ ਭੁਗਤ ਕਹਿੰਦੇ ਨੇ ਪਦਾਰਥਾਂ ਨੂੰ, ਭੋਗਾਂ ਨੂੰ, ਮੁਕਤ ਕਹਿੰਦੇ ਨੇ ਮੁਕਤੀ ਨੂੰ। ਕਹਿੰਦੇ ਭੁਗਤ ਪਦਾਰਥਾਂ ਤੇ ਮੁਕਤੀ, ਮੁਕਤੀ ਜਿਹੜੀ ਬੰਧਨਾਂ ਤੋਂ ਰਹਿਤ ਹੋਣਾ ਹੈ। ਕਹਿੰਦੇ ਇਹਨਾਂ ਸਾਰਿਆਂ ਦੀ ਪ੍ਰਾਪਤੀ ਦਾ ਕਾਰਨ ਵਾਹਿਗੁਰੂ ਹੀ ਹੈ। ਜੇ ਕਿਸੇ ਨੂੰ ਪਦਾਰਥਾਂ ਦੀ ਜ਼ਰੂਰਤ ਹੈ, ਵਾਹਿਗੁਰੂ ਹੀ ਹੈ ਸਾਰਿਆਂ ਨੂੰ ਪਦਾਰਥ ਬਖਸ਼ਣ ਵਾਲਾ। ਤੇ ਜੇ ਕੋਈ ਇਹਨਾਂ ਪਦਾਰਥਾਂ ਦੇ ਵਿੱਚ ਮੁਕਤ ਹੋ ਕੇ ਰੱਬ ਦੇ ਨਾਮ ਦੇ ਨਾਲ ਜੁੜਨਾ ਚਾਹੁੰਦਾ, ਇਸ ਮੁਕਤੀ ਨੂੰ ਬਖਸ਼ਣ ਵਾਲਾ ਵੀ ਉਹ ਵਾਹਿਗੁਰੂ ਹੀ ਹੈ। ਪਦਾਰਥਾਂ ਨੂੰ ਤੇ ਮੁਕਤੀ ਨੂੰ ਬਖਸ਼ਣ ਦਾ ਕਾਰਨ ਉਹ ਵਾਹਿਗੁਰੂ ਹੀ ਹੈ, ਉਹ ਸੁਆਮੀ ਜਿਹੜਾ ਸਾਰਿਆਂ ਦਾ ਮਾਲਕ ਹੈ। ਪਰ ਮੂੜ ਤਾਹੇ ਬਿਸਰਾਵੇ, ਪਰ ਇਹ ਮੂਰਖ ਉਸ ਵਾਹਿਗੁਰੂ ਨੂੰ ਭੁਲਾ ਦਿੰਦਾ ਹੈ। ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੇ। ਕਹਿੰਦੇ ਭਾਈ ਇਹ ਤਾਂ ਕਰੋੜਾਂ ਦੇ ਵਿੱਚੋਂ ਹੀ ਇੱਕ ਅੱਧਾ ਹੈ ਜਿਹੜਾ ਪਰਮਾਤਮਾ ਦੇ ਭਜਨ ਨੂੰ ਕਰਨ ਦੀ ਦਾਤ ਰਾਮ ਵਾਹਿਗੁਰੂ ਤੋਂ ਪ੍ਰਾਪਤ ਕਰਦਾ ਹੈ। ਮਤਲਬ ਕੋਈ ਵਿਰਲਾ ਹੀ ਹੈ ਕਰੋੜਾਂ ਦੇ ਵਿੱਚੋਂ ਜਿਹੜਾ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜਦਾ ਹੈ, ਉਸ ਦੇ ਭਜਨ ਨੂੰ ਕਰਦਾ ਹੈ, ਮੋਹ ਮਮਤਾ ਤੋਂ ਉੱਪਰ ਉੱਠਦਾ, ਪਦਾਰਥਾਂ ਦੀ ਇੱਛਾ ਨਹੀਂ ਰੱਖਦਾ ਮਨ ਦੇ ਵਿੱਚ। ਇਹ ਕੋਈ ਵਿਰਲਾ ਹੀ ਹੈ। ਇਸ ਪ੍ਰਕਾਰ ਸਤਿਗੁਰੂ ਨੇ ਕਿਰਪਾ ਕੀਤੀ ਹੈ। ਇਹ ਦੋ ਸ਼ਬਦ ਬੜੇ ਸੰਖੇਪ ਦੇ ਵਿੱਚ ਆਪ ਸੰਗਤਾਂ ਨੇ ਸਰਵਣ ਕੀਤੇ ਆ, ਵਿਆਖਿਆ। ਇਹ ਲੜੀ ਚੱਲ ਰਹੀ ਹੈ, ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੋ ਜੋ ਵੀ ਇਸ ਵਿਆਖਿਆ ਨੂੰ ਸੁਣਦੇ ਹਨ, ਆਪਣੇ ਵੱਲੋਂ ਇਹ ਸੇਵਾ ਸਮਝਣੀ ਹੈ ਵੀ ਇਹ ਆਪ ਵੀ ਸੁਣਨੀ ਹੈ ਤੇ ਅੱਗੇ ਸ਼ੇਅਰ ਕਰਕੇ ਹੋਰ ਸੰਗਤਾਂ ਨੂੰ ਵੀ ਇਹ ਸਰਵਣ ਕਰਵਾਉਣੀ ਹੈ। ਇਸ ਤਰ੍ਹਾਂ ਹੁਣ ਇੱਥੇ ਹੀ ਸਮਾਪਤੀ ਹੈ ਜੀ। ਭੁਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੇ। ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।